ਪਿਆਰੇ ਵਿਦਿਆਰਥੀਓ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਸੁਰਿੰਦਰ ਸਿੰਘ, ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬ ਵਾਲੀ ਰੂੜਿਆਂ ਵਾਲੀ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਸੋ ਅੱਜ ਦਾ ਸਾਡਾ ਟੌਪਿਕ ਹੈ ਉਹ ਹੈ ਪੋਸ਼ਣ ਨਿਊਟ੍ਰੀਸ਼ਨ। ਅੱਜ ਦਾ ਜੋ ਸਾਡਾ ਟੌਪਿਕ ਹੈ ਇਹ ਕਿਸੇ ਜਮਾਤ ਨਾਲ ਸੰਬੰਧਿਤ ਨਹੀਂ ਹੈ। ਇਹ ਸਾਰੇ ਬੱਚਿਆਂ ਦੇ ਲਈ ਜ਼ਰੂਰੀ ਹੈ, ਚਾਹੇ ਉਹ ਬੱਚਾ ਛੋਟਾ ਹੋਵੇ ਜਾਂ ਵੱਡਾ ਹੋਵੇ, ਚਾਹੇ ਉਹ ਬੱਚਾ ਪ੍ਰਾਇਮਰੀ ਦਾ ਹੋਵੇ ਜਾਂ ਹਾਈ ਸੈਕੰਡਰੀ ਦਾ ਹੋਵੇ। ਸਾਰਿਆਂ ਬੱਚਿਆਂ ਦੇ ਲਈ ਜਿਹੜੇ ਅੱਜ ਦਾ ਇਹ ਟੌਪਿਕ ਹੈ ਉਹ ਬਹੁਤ ਜ਼ਰੂਰੀ ਹੈ। ਇਸ ਦੇ ਬਾਰੇ ਹਰ ਇੱਕ ਬੱਚੇ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਸੋ ਅੱਜ ਦਾ ਸਾਡਾ ਟੌਪਿਕ ਹੈ ਉਹ ਹੈ ਪੋਸ਼ਣ ਨਿਊਟ੍ਰੀਸ਼ਨ। ਇਹ ਨਿਊਟ੍ਰੀਸ਼ਨ ਕੀ ਹੁੰਦਾ ਹੈ ਜਾਂ ਪੋਸ਼ਣ ਕੀ ਹੁੰਦਾ ਹੈ, ਇਸ ਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਸੋ ਸਰੀਰ ਦੇ ਅੰਗਾਂ ਦੁਆਰਾ ਭੋਜਨ ਦੇ ਉਹਨਾਂ ਜ਼ਰੂਰੀ ਤੱਤਾਂ ਨੂੰ ਗ੍ਰਹਿਣ ਕਰਨ ਦੀ ਕਿਰਿਆ ਨੂੰ ਅਸੀਂ ਪੋਸ਼ਣ ਕਹਿੰਦੇ ਹਾਂ, ਜੋ ਸਾਡੇ ਸਰੀਰ ਦੇ ਵਿੱਚ ਜ਼ਰੂਰੀ ਕੰਮ ਕਰਦੇ ਹਨ। ਪੋਸ਼ਣ ਤੱਤ ਸਾਡੇ ਭੋਜਨ ਦੇ ਵਿੱਚ ਉਚਿਤ ਮਾਤਰਾ ਦੇ ਵਿੱਚ ਹੋਣੇ ਚਾਹੀਦੇ ਹਨ। ਜੇਕਰ ਪੋਸ਼ਣ ਜਿਹੜੇ ਹੈਗੇ ਆ ਉਚਿਤ ਮਾਤਰਾ ਵਿੱਚ ਨਹੀਂ ਹੋਣਗੇ ਤਾਂ ਜਿਹੜਾ ਸਾਡਾ ਸਰੀਰ ਆ ਉਹ ਤੰਦਰੁਸਤ ਨਹੀਂ ਹੋਵੇਗਾ। ਇਹ ਜਿਹੜੇ ਪੋਸ਼ਣ ਜ਼ਰੂਰੀ ਤੱਤ ਕਿਹੜੇ ਕਿਹੜੇ ਹਨ? ਉਹ ਹਨ ਜਿਵੇਂ ਕਿ ਕਾਰਬੋਹਾਈਡਰੇਟਸ, ਪ੍ਰੋਟੀਨਸ, ਵਿਟਾਮਿਨਸ, ਮਿਨਰਲਸ, ਫੈਟ, ਪਾਣੀ ਆਦਿ। ਇਹ ਜਿਹੜੇ ਸਾਰੇ ਹੈਗੇ ਆ ਇਹ ਜ਼ਰੂਰੀ ਤੱਤ ਹਨ ਜਿਹੜੇ ਕਿ ਸਾਡੇ ਭੋਜਨ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਹਨ। ਜੇਕਰ ਇਹਨਾਂ ਦੇ ਵਿੱਚ ਭੋਜਨ ਦੇ ਵਿੱਚ ਇਹ ਜਿਹੜੇ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਵਗੈਰਾ ਨਹੀਂ ਹੋਣਗੇ ਤਾਂ ਜਿਹੜਾ ਸਾਡਾ ਸਰੀਰ ਆ ਉਹ ਕਮਜ਼ੋਰ ਹੋ ਜਾਵੇਗਾ ਅਤੇ ਅਸੀਂ ਕੰਮ ਕਰਨ ਦੇ ਕਾਬਲ ਨਹੀਂ ਰਹਾਂਗੇ ਅਤੇ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਉਹ ਜਕੜ ਲੈਣਗੀਆਂ। ਸੋ ਸਾਡੇ ਭੋਜਨ ਦੇ ਵਿੱਚ ਇਹਨਾਂ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਨੂੰ ਹੀ ਅਸੀਂ ਪੋਸ਼ਣ ਕਹਿੰਦੇ ਹਾਂ। ਸੋ ਨੈਕਸਟ ਪੁਆਇੰਟ ਹੈ, ਸਾਨੂੰ ਪੋਸ਼ਣ ਦੀ ਲੋੜ ਕਿਉਂ ਹੈ? ਪੋਸ਼ਣ ਦੀ ਲੋੜ ਸਾਨੂੰ ਇਸ ਕਰਕੇ ਹੈ ਕਿਉਂਕਿ ਪਹਿਲਾ ਪੁਆਇੰਟ ਜੋ ਹੈ ਉਹ ਹੈ ਊਰਜਾ ਦੀ ਲੋੜ। ਪੋਸ਼ਣ ਦੀ ਲੋੜ ਸਾਨੂੰ ਇਸ ਕਰਕੇ ਹੈ ਕਿਉਂਕਿ ਅਸੀਂ ਸਾਰਾ ਦਿਨ ਜਿਹੜਾ ਉਹ ਕੰਮ ਕਰਨਾ ਹੁੰਦਾ ਹੈ। ਬੱਚੇ ਨੇ ਦੌੜਨਾ ਭੱਜਣਾ ਹੈ, ਕੋਈ ਕਿਤਾਬਾਂ ਪੜ੍ਹਨੀਆਂ ਹਨ। ਸੋ ਸਰੀਰਕ ਅਤੇ ਦਿਮਾਗੀ ਤੌਰ 'ਤੇ ਜਿਹੜਾ ਇਨਸਾਨ ਆ ਜਾਂ ਬੱਚਾ ਉਹ ਕੰਮ ਕਰਦਾ ਹੈ, ਉਸ ਨੂੰ ਊਰਜਾ ਦੀ ਲੋੜ ਪੈਂਦੀ ਹੈ ਅਤੇ ਊਰਜਾ ਦੀ ਲੋੜ ਦੇ ਲਈ ਸਾਨੂੰ ਜਿਹੜਾ ਭੋਜਨ ਹੈ ਉਹ ਸੰਤੁਲਿਤ ਭੋਜਨ ਹੋਣਾ ਚਾਹੀਦਾ ਹੈ। ਔਰ ਸੰਤੁਲਿਤ ਭੋਜਨ ਦੇ ਵਿੱਚ ਜੋ ਹੈ ਉਹ ਹੈ ਕਾਰਬੋਹਾਈਡਰੇਟਸ, ਪ੍ਰੋਟੀਨ, ਵਿਟਾਮਿਨਸ, ਮਿਨਰਲਸ, ਜਿਹੜੇ ਇਹ ਸਾਰੇ ਹੈ ਇਹ ਜ਼ਰੂਰੀ ਤੱਤ ਹੋਣੇ ਚਾਹੀਦੇ ਹਨ। ਇਹਨਾਂ ਜ਼ਰੂਰੀ ਤੱਤਾਂ ਦੇ ਨਾਲ ਹੀ ਜਿਹੜੀ ਸਰੀਰ ਨੂੰ ਉਹ ਤਾਕਤ ਮਿਲੇਗੀ ਔਰ ਊਰਜਾ ਮਿਲੇਗੀ ਔਰ ਊਰਜਾ ਦੇ ਸਿਰ 'ਤੇ ਹੀ ਉਹ ਬੱਚਾ ਜਾਂ ਇਨਸਾਨ ਆ ਉਹ ਸਾਰਾ ਦਿਨ ਕੰਮ ਕਰਦਾ ਹੈ। ਸੋ ਪਹਿਲਾ ਪੁਆਇੰਟ ਹੈ ਊਰਜਾ ਦੀ ਲੋੜ। ਸੋ ਪੋਸ਼ਣ ਦੇ ਲਈ ਸਾਨੂੰ ਦੂਜਾ ਪੁਆਇੰਟ ਜੋ ਹੈ ਉਹ ਹੈ ਵਾਧਾ ਅਤੇ ਵਿਕਾਸ। ਪੋਸ਼ਣ ਦੀ ਲੋੜ ਸਾਨੂੰ ਇਸ ਕਰਕੇ ਹੈ ਕਿਉਂਕਿ ਸਰੀਰ ਦੇ ਵਾਧੇ ਅਤੇ ਵਿਕਾਸ ਦੇ ਲਈ ਸਾਨੂੰ ਸੰਤੁਲਿਤ ਭੋਜਨ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਜਿਹੜਾ ਸਾਡੇ ਸਰੀਰ ਦਾ ਉਹ ਵਾਧਾ ਅਤੇ ਵਿਕਾਸ ਹੁੰਦਾ ਹੈ। ਇਸ ਦੇ ਨਾਲ ਕੀ ਹੈ, ਜਿਹੜੀਆਂ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਜਿਹੜੇ ਹੱਡੀਆਂ ਦਾ ਉਹ ਆਕਾਰ ਵੱਧ ਜਾਂਦਾ ਹੈ। ਸੋ ਬੱਚਾ ਜਿਹੜਾ ਹੈ ਉਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਵੱਧ ਫੁੱਲ ਸਕਦਾ ਹੈ। ਜੇਕਰ ਭੋਜਨ ਦੇ ਵਿੱਚ ਜਿਹੜੇ ਸੰਤੁਲਿਤ ਭੋਜਨ ਦੇ ਵਿੱਚ ਜਿਹੜੇ ਤੱਤ ਹੈਗੇ ਆ ਇਹ ਨਹੀਂ ਹੋਣਗੇ ਤਾਂ ਜਿਹੜਾ ਬੱਚਾ ਉਹ ਆਪਣਾ ਜਿਹੜਾ ਵਿਕਾਸ ਹੈ ਔਰ ਵਾਧਾ ਹੈ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਸਕੇਗਾ ਔਰ ਉਸ ਦਾ ਜਿਹੜਾ ਉਹ ਸਰੀਰ ਆ ਉਹ ਕਮਜ਼ੋਰ ਰਹਿ ਜਾਵੇਗਾ ਜਾਂ ਉਸ ਦੇ ਸਰੀਰ ਦਾ ਭਾਰ ਘੱਟ ਜਾਵੇਗਾ ਜਾਂ ਉਹਦੀ ਜਿਹੜੀ ਗਰੋਥ ਹੈ ਜਾਂ ਉਹਦਾ ਜਿਹੜਾ ਹਾਈਟ ਹੈ ਉਹ ਰੁਕ ਜਾਵੇਗੀ। ਸੋ ਭੋਜਨ ਦੇ ਵਿੱਚ ਇਹਨਾਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਸਾਨੂੰ ਪੋਸ਼ਣ ਦੀ ਲੋੜ ਹੈ। ਸੋ ਅੱਗੇ ਹੈ, ਪੋਸ਼ਣ ਦੀ ਲੋੜ ਸਾਨੂੰ ਇਸ ਕਰਕੇ ਵੀ ਪੈਂਦੀ ਹੈ ਕਿ ਸਰੀਰ ਦੇ ਉੱਪਰ ਜਿਹੜੇ ਹੈਗੇ ਆ ਬਹੁਤ ਸਾਰੇ ਜਿਹੜੇ ਰੋਗ ਹੈ ਉਹ ਦਬਾਅ ਪਾਉਂਦੇ ਹਨ। ਇਹਨਾਂ ਨੂੰ ਬਚਣ ਦੇ ਲਈ ਵੀ ਸਾਨੂੰ ਰੋਗਾਂ ਦੇ ਬਚਣ ਦੇ ਲਈ ਵੀ ਸਾਨੂੰ ਪੋਸ਼ਣ ਦੀ ਲੋੜ ਪੈਂਦੀ ਹੈ ਕਿਉਂਕਿ ਸਰੀਰ ਦੇ ਵਿੱਚ ਜੇਕਰ ਜ਼ਰੂਰੀ ਤੱਤ ਨਹੀਂ ਹੋਣਗੇ ਤਾਂ ਸਰੀਰ ਨੂੰ ਜਿਹੜੇ ਹੈ ਤਰ੍ਹਾਂ ਤਰ੍ਹਾਂ ਦੇ ਰੋਗ ਹੈ, ਜੋ ਕੀਟਾਣੂ ਹੈ ਉਹ ਚਿੰਬੜ ਜਾਣਗੇ ਔਰ ਜਿਹੜਾ ਸਰੀਰ ਹੈ ਉਹ ਕਮਜ਼ੋਰ ਹੋ ਜਾਵੇਗਾ ਔਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਵੇਗਾ। ਸੋ ਸਾਡੇ ਭੋਜਨ ਦੇ ਵਿੱਚ ਇਹਨਾਂ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਨੈਕਸਟ ਪੁਆਇੰਟ ਹੈ, ਅੰਦਰੂਨੀ ਅਤੇ ਬਾਹਰੀ ਮੁਰੰਮਤ ਦੇ ਲਈ ਵੀ ਪੋਸ਼ਣ ਦੀ ਬਹੁਤ ਲੋੜ ਹੈ। ਸਰੀਰ ਦੀ ਅੰਦਰੂਨੀ ਅਤੇ ਬਾਹਰੀ ਮੁਰੰਮਤ ਦੇ ਲਈ ਪੋਸ਼ਣ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸਰੀਰ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਦੇ ਲਈ ਸੰਤੁਲਿਤ ਭੋਜਨ ਖਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਨਸਾਨ ਜੋ ਹੈ ਉਹ ਅਗਲੇ ਦਿਨ ਕੰਮ ਕਰਨ ਦੇ ਲਈ ਤਿਆਰ ਹੋ ਸਕੇ। ਸੋ ਜਿਹੜਾ ਖਾਣਾ ਅਸੀਂ ਖਾਂਦੇ ਹਾਂ ਉਹਦੇ ਵਿੱਚ ਜਿਹੜੇ ਪ੍ਰੋਪਰ ਜਿਹੜੇ ਤੱਤ ਹੈਗੇ ਆ ਉਹ ਸਹੀ ਮਾਤਰਾ ਦੇ ਵਿੱਚ ਹੋਣੇ ਚਾਹੀਦੇ ਹਨ। ਜੇਕਰ ਸਹੀ ਮਾਤਰਾ ਦੇ ਵਿੱਚ ਨਹੀਂ ਹੋਣਗੇ ਤਾਂ ਜਿਹੜਾ ਸਰੀਰ ਦੇ ਜਿਹੜੇ ਅੰਦਰੂਨੀ ਅਤੇ ਬਾਹਰੀ ਜਿਹੜੀ ਮੁਰੰਮਤ ਹੈ ਜਾਂ ਸਰੀਰ ਆਪਣੇ ਆਪ ਨੂੰ ਠੀਕ ਕਰਦਾ ਹੈ ਤਾਂ ਉਹ ਜਿਹੜੀ ਉਸ ਦੇ ਵਿੱਚ
ਜਿਹੜੇ ਸੈੱਲ ਆ ਉਹ ਘੱਟ ਜਾਣਗੇ ਔਰ ਜੋ ਉਹਨਾਂ ਦੇ ਵਿੱਚ ਬਿਮਾਰੀਆਂ ਦੇ ਨਾਲ ਲੜਨ ਦੀ ਜਿਹੜੀ ਸ਼ਕਤੀ ਹੈ ਉਹ ਘੱਟ ਜਾਵੇਗੀ ਅਤੇ ਸਰੀਰ ਕਮਜ਼ੋਰ ਪੈ ਜਾਵੇਗਾ ਅਤੇ ਉਸਦੇ ਉੱਪਰ ਜਿਹੜੇ ਕੀਟਾਣੂ ਹੈ ਜਾਂ ਜਿਹੜਾ ਵਾਇਰਸ ਹੈ ਉਹ ਬਹੁਤ ਜ਼ਿਆਦਾ ਹੈਵੀ ਹੋ ਜਾਣਗੇ ਔਰ ਬਿਮਾਰੀਆਂ ਦਾ ਇਨਸਾਨ ਜੋ ਹੈ ਉਹ ਸ਼ਿਕਾਰ ਹੋ ਜਾਵੇਗਾ। ਸੋ ਸਾਨੂੰ ਇਸ ਕਰਕੇ ਪੋਸ਼ਣ ਦੀ ਬਹੁਤ ਲੋੜ ਪੈਂਦੀ ਹੈ। ਸੋ ਮੈਂ ਸਾਰਿਆਂ ਤੋਂ ਉਮੀਦ ਕਰਦਾ ਹਾਂ ਕਿ ਸਾਰੇ ਬੱਚਿਆਂ ਨੂੰ ਇਹ ਟੋਪਿਕ ਚੰਗਾ ਲੱਗਿਆ ਹੋਵੇਗਾ ਔਰ ਪੋਸ਼ਣ ਦੀ ਵੱਲ ਵੀ ਬਿਲਕੁਲ ਧਿਆਨ ਦੇਣਗੇ ਔਰ ਆਪਣੇ ਖਾਣੇ ਦਾ ਧਿਆਨ ਰੱਖਣਗੇ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।